नमस्ते बच्चों, स्वागत है ਤੁਹਾਡਾ ਜਮਾਤ 9ਵੀਂ ਵਿੱਚ। ਮੈਂ ਸੁਨੀਤਾ ਰਾਣੀ ਅੱਜ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਕਹਾਣੀ ਸਾਂਝੀ ਕੰਧ, ਜੋ ਕਿ ਤੁਹਾਡੀ ਪਾਠ ਪੁਸਤਕ ਵੰਨਗੀ ਵਿੱਚੋਂ ਲਿੱਤੀ ਗਈ ਹੈ। ਤੇ ਚਲੋ ਇਸ ਕਹਾਣੀ ਨੂੰ ਕਰਨ ਤੋਂ ਪਹਿਲਾਂ ਆਪਾਂ ਕਰ ਲੈਂਦੇ ਹਾਂ ਲੇਖਕ ਬਾਰੇ ਇੱਕ ਛੋਟੀ ਜਿਹੀ ਜਾਣ ਪਹਿਚਾਣ। ਸੰਤੋਖ ਸਿੰਘ ਧੀਰ ਦਾ ਜਨਮ ਉਹਨਾਂ ਦੇ ਨਾਨਕੇ ਬਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 2 ਦਸੰਬਰ 1920 ਈਸਵੀ ਨੂੰ ਮਾਤਾ ਸ਼੍ਰੀਮਤੀ ਯਮੁਨਾ ਦੇਵੀ, ਪਿਤਾ ਸ਼੍ਰੀ ਈਸ਼ਰ ਸਿੰਘ ਦੇ ਘਰ ਹੋਇਆ। ਉਹਨਾਂ ਦਾ ਜੱਦੀ ਪਿੰਡ ਢਢੇੜੀ, ਜ਼ਿਲ੍ਹਾ ਲੁਧਿਆਣਾ ਹੈ। ਉਹਨਾਂ ਨੇ 10ਵੀਂ ਅਤੇ 11ਵੀਂ ਤੱਕ ਪੜ੍ਹਾਈ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਉਹਨਾਂ ਨੇ ਆਪਣੇ ਜੀਵਨ ਦਾ ਸਮਾਂ ਅੰਤ ਤੱਕ ਸੁਤੰਤਰ ਲੇਖਣ ਨੂੰ ਹੀ ਸਮਰਪਿਤ ਕੀਤਾ। ਕਵੀ ਤੇ ਕਹਾਣੀਕਾਰ ਵਜੋਂ ਸ਼੍ਰੀ ਧੀਰ ਨੂੰ ਪੰਜਾਬੀ ਸਾਹਿਤ ਤੇ ਇਤਿਹਾਸ ਵਿੱਚ ਇੱਕੋ ਜਿੰਨਾ ਸਨਮਾਨ ਹਾਸਲ ਹੈ, ਕਿਉਂਕਿ ਉਹ ਸਾਰੀ ਜ਼ਿੰਦਗੀ ਪ੍ਰਗਤੀਵਾਦ ਸੋਚ ਨੂੰ ਅਪਣਾਇਆ ਰਿਹਾ। ਉਸ ਦੇ ਪ੍ਰਮੁੱਖ ਕਾਵਿ ਸੰਗ੍ਰਹਿ ਪੋ ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਵਿਰੇੜੇ, ਅੱਗ ਦੇ ਪੱਤੇ, ਸੰਜੀਵਨੀ, ਆਉਣ ਵਾਲਾ ਸੂਰਜ, ਕੋਦਰੇ ਦਾ ਗੀਤ ਆਦਿ ਹਨ। ਉਸ ਦੇ ਨਾਵਲ ਯਾਦਗਾਰ, ਮੈਨੂੰ ਇੱਕ ਸੁਪਨਾ ਆਇਆ, ਨਵਾਂ ਜਨਮ, ਸ਼ਰਾਬੀ ਆਦਿ ਹਨ। ਮੇਰੀ ਕਲਮ ਸਾਹਿਤਿਕ ਸਵੈ ਜੀਵਨੀ, ਬ੍ਰਹਸਪਤੀ ਸਵੈ ਜੀਵਨੀ, ਮੇਰੀ ਇੰਗਲੈਂਡ ਯਾਤਰਾ ਸਫ਼ਰਨਾਮਾ, ਕਬੀਰ ਰਚਨਾਵਲੀ ਅਨੁਵਾਦ, ਹੋਰ ਜ਼ਿਕਰਯੋਗ ਰਚਨਾਵਾਂ ਹਨ। ਕਹਾਣੀ ਖੇਤਰ ਵਿੱਚ ਉਹਨਾਂ ਦੀ ਪ੍ਰਸਿੱਧੀ ਉਹਨਾਂ ਦੇ ਕਹਾਣੀ ਸੰਗ੍ਰਹਿਆਂ ਸਿੱਟੀਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਊਸ਼ਾ ਭੈਣ ਜੀ ਚੁੱਪ ਹਨ, ਪੱਖੀ ਆਦਿ ਨਾਲ ਹੋਈ। ਪੱਖੀ ਕਹਾਣੀ ਸੰਗ੍ਰਹਿ ਨੂੰ 1996 ਈਸਵੀ ਵਿੱਚ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ। ਭਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ। ਆਪ ਨੂੰ ਕਿੰਨੇ ਸਾਰੇ ਹੋਰ ਵੀ ਸਨਮਾਨ ਮਿਲੇ। ਸਾਂਝੀ ਕੰਧ, ਸਵੇਰ ਹੋਣ ਤੱਕ, ਕੋਈ ਇੱਕ ਸਵਾਰ, ਮੇਰਾ ਉਜੜਿਆ ਗੁਆਂਢੀ ਤੇ ਮੰਗੋ ਉਹਨਾਂ ਦੀਆਂ ਸ਼ਾਹਕਾਰ ਕਹਾਣੀਆਂ ਸਨ। ਸ਼੍ਰੀ ਧੀਰ ਦੀਆਂ ਰਚਨਾਵਾਂ ਵਿੱਚ ਪ੍ਰਗਤੀਵਾਦੀ ਯਥਾਰਥਵਾਦੀ ਦ੍ਰਿਸ਼ਟੀਕੋਣ ਬੜੇ ਹੀ ਸੰਤੁਲਿਤ ਢੰਗ ਨਾਲ ਪੇਸ਼ ਹੋਇਆ ਹੈ। ਇਸ ਬਹੁਪੱਖੀ ਲੇਖਕ ਨੇ ਜਿੱਥੇ ਆਪਣੇ ਜੀਵਨ ਵਿੱਚ ਮਨੁੱਖ ਵਿਰੋਧੀ ਤਾਕਤਾਂ ਖਿਲਾਫ ਇੱਕ ਨਿਰੰਤਰ ਸੰਗਰਾਮ ਲੜਿਆ, ਉੱਥੇ ਉਹਨਾਂ ਦੀਆਂ ਰਚਨਾਵਾਂ ਹੱਕ ਸੱਚ ਲਈ ਨਿਰੋਈ ਪ੍ਰੇਰਨਾ ਦਿੰਦੀਆਂ ਹਨ। ਇਸ ਸੰਘਰਸ਼ਸ਼ੀਲ ਲੇਖਕ ਨੇ ਤਰੁੱਟੀਆਂ, ਔਕੜਾਂ ਤੇ ਮਾਨਸਿਕ ਸੰਕਟਾਂ ਦਾ ਡਟ ਕੇ ਮੁਕਾਬਲਾ ਕੀਤਾ। ਹੱਥਲੀ ਪਾਠ ਪੁਸਤਕ ਵਿੱਚ ਧੀਰ ਦੀ ਕਹਾਣੀ ਸਾਂਝੀ ਕੰਧ ਸ਼ਾਮਿਲ ਕੀਤੀ ਗਈ ਹੈ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਓ ਕਹਾਣੀ ਬਾਰੇ ਥੋੜ੍ਹੀ ਜਿਹੀ ਜਾਣ ਪਛਾਣ ਕਰ ਲੈਂਦੇ ਹਾਂ। ਸਾਂਝੀ ਕੰਧ ਸੰਤੋਖ ਸਿੰਘ ਧੀਰ ਦੀ ਪ੍ਰਤੀਨਿਧ ਕਹਾਣੀ ਹੈ। ਇਹ ਕਹਾਣੀ ਇੱਕ ਪੇਂਡੂ ਪਰਿਵਾਰ ਨਾਲ ਸੰਬੰਧਿਤ ਹੈ। 2 ਭਰਾਵਾਂ ਕਪੂਰ ਸਿੰਘ ਅਤੇ ਦਰਬਾਰਾ ਸਿੰਘ ਦੇ ਘਰਾਂ ਦੀ ਇੱਕ ਕੰਧ ਸਾਂਝੀ ਹੈ। ਇਹ ਕੰਧ ਬਾਰਿਸ਼ਾਂ ਕਾਰਨ ਡਿੱਗ ਜਾਂਦੀ ਹੈ। ਕਪੂਰ ਸਿੰਘ ਦਰਬਾਰਾ ਸਿੰਘ ਤੋਂ ਕੰਧ ਬਣਾਉਣ ਲਈ ਹਿੱਸੇ ਵਜੋਂ ਪੈਸੇ ਵੀ ਮੰਗ ਕਰਦਾ ਹੈ। ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਉਸ ਦੀ ਗੱਲ ਨਹੀਂ ਮੰਨਦਾ। ਜਦੋਂ ਦਰਬਾਰਾ ਕਪੂਰ ਸਿੰਘ ਨੂੰ ਪੈਸੇ ਦੇਣ ਲਈ ਰਾਜੀ ਹੁੰਦਾ ਹੈ ਤਾਂ ਪਿੰਡ ਦਾ ਸਰਪੰਚ ਦਰਬਾਰੇ ਨੂੰ ਮੁਕਰਵਾ ਦਿੰਦਾ ਹੈ। ਗੱਲ ਗਾਲੀ ਗਲੋਚ ਅਤੇ ਹੱਥੋਂ ਪਾਈ ਤੱਕ ਪੁੱਜ ਜਾਂਦੀ ਹੈ। ਇੰਜ ਦੋਵੇਂ ਭਰਾ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ। ਅੰਤ ਦਰਬਾਰਾ ਬਿਮਾਰ ਪੈ ਜਾਂਦਾ ਹੈ। ਜਦੋਂ ਕਪੂਰ ਸਿੰਘ ਨੂੰ ਉਸਦੇ ਬਿਮਾਰ ਹੋਣ ਦਾ ਪਤਾ ਲੱਗਦਾ ਹੈ ਤਾਂ ਉਸਦੀ ਖਬਰ ਲੈਣ ਲਈ ਉਸਦੇ ਘਰ ਚਲਾ ਜਾਂਦਾ ਹੈ। ਦਰਬਾਰਾ ਮਹਿਸੂਸ ਕਰਦਾ ਹੈ ਕਿ ਉਸਨੂੰ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਸੀ ਆਉਣਾ ਚਾਹੀਦਾ, ਸਗੋਂ ਭਰਾ ਦਾ ਸਾਥ ਦੇਣਾ ਚਾਹੀਦਾ ਸੀ। ਤਾਂ ਬੱਚਿਓ ਕਰਦੇ ਹਾਂ ਇਹ ਕਹਾਣੀ ਸਾਂਝੀ ਕੰਧ। 8 ਮਹੀਨੇ ਦੀ ਖੱਜਲ ਖੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀਂ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜਕਾ ਸਾਂਝੀ ਕੰਧ ਉੱਤੇ ਪੈ ਗਿਆ। ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ। ਪਿਛਲੇ ਵਰ੍ਹੇ ਦੀਆਂ ਬਾਰਿਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ਕਿੰਨੇ ਹੀ ਘਰ ਢਹਿ ਗਏ ਸਨ, ਪਰ ਕਪੂਰ ਸਿੰਘ ਦੇ ਘਰ ਦਾ ਢਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ। ਇੱਕ ਵੀ ਖਣ ਸਾਬਤ ਨਹੀਂ ਸੀ ਰਿਹਾ। ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ। ਖਬਰੇ ਕਿਵੇਂ ਅੰਦਰ ਆਪਣੀ ਕਬੀਲਦਾਰੀ ਤੋੜਦਾ ਸੀ। ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ। ਉੱਥੇ ਵਜ਼ੀਰਾਂ ਦੀਆਂ ਸਿਫਾਰਸ਼ਾਂ ਚੱਲਦੀਆਂ ਸਨ। ਹਾਰ ਕੇ ਉਸਨੂੰ 10 ਵਿਘੇ ਭੋ ਬਹਿ ਕਰਨੀ ਪਈ। ਕਿੰਨਾ ਕੁ ਚਿਰ ਬੇਗਾਨੇ ਘਰਾਂ ਵਿੱਚ ਟੱਬਰ ਰੁਲਦਾ ਰਹੇ। ਇੱਟਾਂ ਸੁਟਾ ਲਈਆਂ, ਸੀਮੈਂਟ ਦਾ ਵੀ ਬੰਦੋਬਸਤ ਬਣ ਗਿਆ, ਪਰ
ਜਦ ਤੱਕ ਦਰਬਾਰੇ ਨਾਲ ਗੱਲ ਨਾ ਖੋਲ੍ਹੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਸੀ। ਸਾਹਮਣੇ ਗਲੀ ਸੀ, ਕਿਸੇ ਦਾ ਰੌਲਾ ਨਹੀਂ। ਸੱਜੇ ਪਾਸੇ ਦੀ ਕੰਧ ਚਾਚੀ ਰਾਮ ਕੌਰ ਨਾਲ ਸਾਂਝੀ ਸੀ। ਕਪੂਰ ਸਿੰਘ ਦੇ ਨਾਲ ਹੀ ਦਰਬਾਰੇ ਦੇ ਘਰ ਦਾ ਵੀ ਕੁਝ ਹਿੱਸਾ ਡਿੱਗ ਪਿਆ ਸੀ, ਜਿਸ ਤੋਂ ਉਹ ਆਪ ਤੰਗ ਸੀ ਤੇ ਉਹਨੂੰ ਆਪ ਕੰਧ ਦੀ ਲੋੜ ਸੀ। ਪਿਛਲੇ ਪਾਸੇ ਚਾਨਣ ਸਿੰਘ ਚੀਨੀਏ ਦੀ ਆਬਾਦੀ ਸੀ। ਕਦੇ ਨਾ ਕਦੇ ਉਹ ਵੀ 2 ਖਣ ਆਬਾਦੀ ਵਿੱਚ ਛਤਰੇ ਸਨ। ਇਸ ਲਈ ਉਹਨੇ ਸ਼ਤੀਰ ਧਰਨ ਵੇਲੇ ਅੱਧ ਦੇਣਾ ਮੰਨ ਲਿਆ। ਝਗੜਾ ਸੀ ਤਾਂ ਦਰਬਾਰੇ ਵਾਲੀ ਖੱਬੀ ਬਾਹੀ ਦਾ, ਤੇ ਇਹ ਝਗੜਾ ਥੋੜ੍ਹੇ ਕਿੱਤਿਆਂ ਮੁੱਕਦਾ ਨਹੀਂ ਸੀ ਦਿਸਦਾ। 1-2 ਵਾਰੀ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ, ਪਰ ਉਸਨੇ ਕੋਈ ਹੂੰ ਹਾਂ ਨਾ ਕੀਤੀ, ਸਗੋਂ ਰੁੱਖਾ ਜਵਾਬ ਦੇਂਦਿਆਂ ਕਿਹਾ, ਜਦ ਕੰਧਾਂ ਦੇ ਸਮੇਂ ਆਉਣਗੇ ਕੰਧਾਂ ਦੇਖੀਆਂ ਜਾਣਗੀਆਂ। ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਜਿਹੜਾ ਸੀਗਾ ਉਹ ਕਦੋਂ ਹੋਣਾ ਸੀ, ਜਿਹੜਾ ਘਰੋਂ ਬੇਘਰ ਹੋਇਆ ਬੈਠਾ ਸੀ। ਦਰਬਾਰੇ ਵਾਲੀ ਇਹ ਕੰਧ ਵਡਾਰੂਆਂ ਵੇਲੇ ਦੀ ਕੱਚੀ ਸੀ ਅਤੇ ਥਾਂ ਤੋਂ ਗਈ ਹੋਈ ਸੀ। ਕੋਈ ਥਾਂ 'ਤੇ 4-4 ਉਂਗਲ ਦੀਆਂ ਭਗਾਂ ਖੁੱਲ੍ਹੀਆਂ ਹੋਈਆਂ ਸਨ। ਉਂਝ ਵੀ ਥੋਥੜ ਜਿਹੇ ਰੇਈ ਦੀ ਖਾਧੀ ਹੁੰਦੀ ਹੈ। ਆਰ ਪਾਰ ਕਈ ਮੋਰੀਆਂ, ਪਿੱਛੋਂ ਕੋਠੜੀ ਦੇ ਸ਼ਤੀਰ ਦੱਬੇ ਹੋਏ ਤੇ ਛੱਤ ਝੁਕੀ ਹੋਈ ਸੀ। ਲੋੜ ਅਸਲ ਵਿੱਚ ਦਰਬਾਰੇ ਨੂੰ ਵੀ ਕੰਧ ਦੀ ਓਨੀ ਹੀ ਸੀ ਜਿੰਨੀ ਕਪੂਰ ਸਿੰਘ ਨੂੰ। ਨਵੀਂ ਕੰਧ ਮਾੜੀ ਵੀ ਕਿਸ ਨੂੰ ਰਹਿੰਦੀ ਹੈ, ਪਰ ਬਹਾਨੇ ਲਈ ਇੱਕ ਲੇਖੇ ਉਹ ਇੱਕ ਕੰਧ ਬਿਨਾਂ ਸਰਦਾ ਵੀ ਸੀ। ਉਹਦੇ ਕੋਲ ਦੇ ਘਰ ਸਨ। ਇਸ ਪੁਰਾਣੇ ਕੋਠੇ ਵਿੱਚ ਤਾਂ ਉਹ ਕੱਖ ਕੰਡਾ ਤੇ ਡੰਗਰ ਵੱਛਾ ਹੁੰਦਾ ਸੀ। ਆਪ ਉਹ ਇਸ ਤੋਂ ਅਗਲੇ ਘਰ ਵਿੱਚ ਰਹਿੰਦੇ ਸਨ, ਜਿਸ ਦੀ ਹਾਲਤ ਬਹੁਤ ਚੰਗੀ ਸੀ ਤੇ ਉਹ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ। ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾਂ ਕਿਸੇ ਤਰ੍ਹਾਂ ਵੀ ਨਹੀਂ ਸੀ ਸਰਦਾ। ਨਵੇਂ ਘਰ ਉੱਤੇ ਜਿਸਨੇ ਨਵੇਂ ਸਿਰਿਓਂ ਪੈਸਾ ਲਾਣਾ ਹੋਵੇ, ਉਹ ਹੁਣ ਕੱਚੀ ਵੀ ਕਿਉਂ ਰੱਖੇ। ਤਿੰਨਾਂ ਪਾਸਿਆਂ ਦੀਆਂ ਕੰਧਾਂ ਪੱਕੀਆਂ ਨਿਕਲਦੀਆਂ ਸਨ। ਇਸ ਚੌਥੀ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜਖਨਾ ਵੀ ਕਿਵੇਂ ਪੁੱਟ ਲਵੇ। ਪੱਕੀਆਂ ਕੰਧਾਂ ਉੱਤੇ ਕਦੇ ਚੁਬਾਰੇ ਵੀ ਬਣ ਸਕਦੇ ਹਨ। ਕੱਚੀਆਂ ਤੇ ਬੌਧੀਆਂ ਕੰਧਾਂ ਦੇ ਅੱਗੇ ਥੋੜ੍ਹੇ ਹੱਥ ਲੱਗੇ ਸਨ। ਕਪੂਰ ਸਿੰਘ ਬੜਾ ਤੰਗ ਪਿਆ। ਸ਼ਰੀਕ ਕਹਿੰਦੇ ਹੁੰਦੇ ਨੇ ਮਿੱਟੀ ਦਾ ਵੀ ਬੁਰਾ। ਉਹਨੂੰ ਰਹਿ ਕੇ ਦਰਬਾਰੇ ਉੱਤੇ ਗੁੱਸਾ ਆਉਂਦਾ, ਪਰ ਗੁੱਸੇ ਨਾਲ ਉਹ ਜਾਣਦਾ ਸੀ ਉਹਦਾ ਕੰਮ ਸਰਨਾ ਨਹੀਂ। ਚਾਚੀ ਰਾਮ ਕੌਰ, ਚੰਨਣ ਸਿੰਘ ਚੀਨੀਆਂ ਤੇ ਹੋਰ ਕਈਆਂ ਨੂੰ ਉਹਨੇ ਆਖਿਆ ਕਿ ਉਹ ਹੀ ਦਰਬਾਰੇ ਨੂੰ ਜਾ ਕੇ ਸਮਝਾਉਣ, ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ। ਗਲੀ ਗੁਆਂਢ, ਮਿੱਤਰ ਪਿਆਰਾ ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਸਨੇ ਸੋਚਿਆ ਇੱਕ ਵਾਰ ਫੇਰ ਉਹ ਆਪ ਜਾ ਕੇ ਦਰਬਾਰੇ ਨੂੰ ਸਮਝਾਵੇ, ਖਬਰੇ ਕੋਈ ਗੱਲ ਉਹਦੀ ਅਕਲ ਵਿੱਚ ਆ ਹੀ ਜਾਵੇ। ਅਗਲੀ ਸਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜ੍ਹਾ ਔਲ ਕੇ ਆਵਾਜ਼ ਮਾਰੀ। ਅੰਦਰੋਂ ਕੁੜੀ ਨੇ ਦੱਸਿਆ ਕਿ ਉਹ ਹੁਣੇ ਪਟਵਾਰੀ ਵੱਲ ਨੂੰ ਗਿਆ ਹੈ। ਕਪੂਰ ਸਿੰਘ ਮਗਰੇ ਤੁਰ ਪਿਆ। ਉੱਥੇ ਹੀ 2 ਆਦਮੀਆਂ ਦੇ ਸਾਹਮਣੇ ਗੱਲ ਕਰਨੀ ਯੋਗ ਸਮਝੀ। ਜਾਂਦੇ ਨੂੰ ਅੱਗੇ ਰਾਮ ਰਤਨ ਪਟਵਾਰੀ, ਧੰਮਾ ਸਿੰਘ ਸਰਪੰਚ, ਟੁੰਡਾ ਲੰਬੜਦਾਰ ਤੇ ਇੱਕ ਹੋਰ 2 ਆਦਮੀ ਮੰਜੀਆਂ ਉੱਤੇ ਬੈਠੇ ਸਨ। ਦਰਬਾਰਾ ਪਟਵਾਰੀ ਦੀ ਭੈਣ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ। ਕਪੂਰ ਸਿੰਘ ਨੇ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ, ਭਾਈ ਦਰਬਾਰਾ ਸਿਆਂ, ਕੰਧ ਦਾ ਫਿਰ ਹੁਣ ਕਿੱਕਣ ਕਰਨਾ ਹੈ। ਕਿਹੜੀ ਕੰਧ? ਦਰਬਾਰੇ ਨੇ ਪੈਰਾਂ ਉੱਤੇ ਪਾਣੀ ਨਾ ਪੈਣ ਦਿੱਤਾ। ਤੂੰ ਭੁੱਲਿਆ ਹੋਇਆ? ਕਪੂਰ ਸਿੰਘ ਬੋਲਿਆ, ਆਪਣੀ ਸਾਂਝੀ। ਮੈਨੂੰ ਨਹੀਂ ਲੋੜ ਕੰਧ ਕਰਨ ਦੀ। ਓਪਰਿਓਂ ਵਾਂਗ ਦਰਬਾਰੇ ਨੇ ਉਹਦੇ ਵੱਲੋਂ ਮੂੰਹ ਫੇਰ ਕੇ ਹਵਾ ਵਿੱਚ ਖਾਲੀ ਝਾਕਦਿਆਂ ਗਿਆ, ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ। ਕਪੂਰ ਸਿੰਘ ਨਿਮਾਣਾ ਜਿਹਾ ਹੋ ਕੇ ਬੋਲਿਆ, ਪਰ ਇਹ ਗੱਲ ਦਰਬਾਰੇ ਦੇ ਨੇੜਿਓਂ ਵੀ ਨਾ ਪਈ। ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ, ਤੈਨੂੰ ਲੋੜ ਹੈ ਤੂੰ ਕਰ ਲਾ। ਮੈਂ ਕਿਵੇਂ ਕਰ ਸਕਦਾ ਭਲਾ? ਐਡੀ ਵੱਡੀ ਕੰਧ, ਕੱਲਾ 40 ਫੁੱਟ ਲੰਮੀ, 14 ਫੁੱਟ ਉੱਚੀ, 1.5 ਇੱਟ ਚੌੜੀ। ਫਿਰ ਮੇਰੇ ਸਿਰ ਸਾਨ ਹੈ? ਸਾਨ ਤਾਂ ਨਹੀਂ, ਮੇਰਾ ਕੰਮ ਤਾਂ ਅਟਕਿਆ ਖੜਾ ਹੈ। ਮੈਨੂੰ ਜ਼ਿੰਮੇਵਾਰੀ ਹੈ ਤੇ ਤੇਰੇ ਕੰਮ ਦੀ। ਅਟਕਿਆ ਰਹੇ। ਦਰਬਾਰਾ ਸਿਰ ਨੂੰ ਆਇਆ। ਕੋਲੇ ਪਟਵਾਰੀ ਨੇ ਹੌਲੀ ਜਿਹੀ ਆਖਿਆ, ਕਾਹਨੂੰ ਬਾਖੇ ਚੋੜੇ ਹੁੰਦੇ ਹੋ, ਮੁਕਾ ਲਿਓ ਰਲ ਕੇ। ਪਰ ਸਰਪੰਚ ਨੇ ਮਲਵੀ ਜੀਭ ਨਾਲ ਚੱਬ ਕੇ ਟੋਕਿਆ, ਆਪਾਂ ਨੇ ਕਾਹਨੂੰ ਆਉਣਾ ਵਿੱਚ ਪਟਵਾਰੀ ਜੀ, ਭਾਈ ਨੇ ਆਪੇ ਸਮਝਣਗੇ। ਕਪੂਰ ਸਿੰਘ ਸਰਪੰਚ ਦਾ ਰੁੱਖ ਤਾੜ ਗਿਆ। ਅੱਗੇ ਵੀ ਉਹ ਕਈ ਵਰ੍ਹਿਆਂ ਤੋਂ ਉਹਦੇ ਨਾਲ ਲੱਗਦਾ ਆਉਂਦਾ ਸੀ। ਦਰਬਾਰੇ ਕੱਪਲ ਨੂੰ ਕਿਹਾ, ਨੂੰ ਇਹਨਾਂ ਗੱਲਾਂ ਦੀ ਕੀ ਸ਼ਰਮ?
ਹੁਣ ਜੇ ਕਪੂਰ ਸਿੰਘ ਦਾ ਭਾਈ ਸਰਪੰਚ ਨੂੰ ਉਹਦੇ ਖਿਲਾਫ ਵਰਤਣ ਲਈ ਮਿਲੇ ਤਾਂ ਹੋਰ ਉਹਨਾਂ ਨੂੰ ਕੀ ਚਾਹੀਦਾ ਹੈ। ਉਹਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹਿਆ, ਦਰਬਾਰਾ ਸਿਆਂ, ਮੈਂ ਤੈਨੂੰ ਮਿੰਨਤ ਨਾਲ ਕਹਿਣਾ, ਆਪਾਂ ਕਬੀਲਦਾਰਾਂ ਲੜਦੇ ਚੰਗੇ ਨਹੀਂ ਲੱਗਦੇ। ਆ ਰਲ ਕੇ ਕੰਧ ਬਣਾਈਏ। ਤੂੰ ਹਾਂ ਕਰ, ਜਿਕੁਨ ਕਹੇਗਾ ਮੈਂ ਉਕਨੇ ਮੰਨ ਲੂੰਗਾ। ਕੰਧ ਹੈ ਮਾੜੀ, ਦੋਹਾਂ ਨੂੰ ਇਹਦਾ ਸੁੱਖ ਹੈ। ਮਾੜੀ ਮੋਟੀ ਕੰਧੋੜੀ ਹੁੰਦੀ ਮੈਂ ਤੈਨੂੰ ਕਹਿੰਦਾ ਵੀ ਨਾ। ਸਾਰਾ ਭਾਰ ਚੱਕਣਾ ਮੈਨੂੰ ਵੀ ਔਖੇ। ਤੂੰ ਮੈਨੂੰ ਬਹੁਤਾ ਚੁਕਾ ਦੇ, ਆਪ ਥੋੜ੍ਹਾ ਚੱਕ ਲਈ। ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਵਾਈ ਕੁਝ ਢਿੱਲੀ ਕਰ ਦਿੱਤੀ। ਘੁੱਟਿਆਂ ਉਹਦੇ ਮੱਥੇ ਵਿੱਚੋਂ ਮਿਟਣ ਲੱਗੀਆਂ। ਪਲ ਪਲ ਹਾਂ ਕਰ ਦੇਣ ਦੇ ਲਈ ਉਸਦਾ ਜੀਅ ਵੀ ਕੀਤਾ, ਪਰ ਉਦੋਂ ਹੀ ਹੌਲੀ ਜਿਹੀ ਸਰਪੰਚ ਖੰਘੂਰਿਆ, ਐਨੀ ਹੌਲੀ ਤੇ ਐਨਾ ਬੇਮਾਲੂਮ, ਜਿਸ ਵਿਚਲੀ ਰਮਜ਼ ਨੂੰ ਦਰਬਾਰਾ ਹੀ ਬੁੱਝ ਸਕੇ। ਦਰਬਾਰੇ ਨੂੰ ਫਿਰ ਵੱਟ ਚੜ੍ਹ ਗਿਆ ਤੇ ਉਹਦੇ ਪੱਧਰ ਹੁੰਦੇ ਮੱਥੇ ਵਿੱਚ ਘੁੱਟੀਆਂ ਫਿਰ ਸੰਘਣੀਆਂ ਹੋ ਗਈਆਂ। ਉਹ ਮੈਂ ਸੁਦਾਈਆਂ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੱਕਦਾ ਫਿਰਾਂ। ਪਰ ਤੈਨੂੰ ਅਹੰਕਾਰ ਕਿਹੜੀ ਗੱਲੋਂ ਆ? ਕਪੂਰ ਸਿੰਘ ਨੇ ਫੇਰ ਵੀ ਭਾਈ ਬੰਦੀ ਵਰਤੀ। ਕੀ ਕਰੇ, ਉਹਨੂੰ ਲੋੜ ਜੋ ਸੀ। ਮੇਰੇ ਵਿੱਚ ਨਹੀਂ ਜਾਨ ਪੈਸਾ ਖਰਚਣ ਦੀ, ਮੈਂ ਫਾਹੇ ਚੜ੍ਹਾਂ। ਦਰਬਾਰਾ ਉਸੇ ਤਰ੍ਹਾਂ ਹਵਾ ਨੂੰ ਘੂਰਦਾ ਸੀ। ਖਰਚ ਹਾਲੇ ਮੈਂ ਕਰ ਦਿੰਨਾ, ਤੂੰ ਫੇਰ ਦੇ ਦੀ, ਜਦ ਹੋਣਗੇ ਉਦੋਂ ਦੇ ਦੀ। ਮੈਂ ਐਵੇਂ ਤੇਰੀ ਜੁੱਤੀ ਹੇਠ ਆਵਾਂ। ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦਿੰਦਾ। ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ, ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ। ਟੁੰਡੇ ਲੰਬੜਦਾਰ ਨੇ ਗੱਲ ਮੁਕਾਉਣੀ ਚਾਹੀ। ਲੈਣਾ ਦੇਣਾ ਬਣਿਆ ਹੋਇਆ ਏ, ਕੋਈ ਡਰ ਨਹੀਂ ਅੱਗੜ ਪਿਛੜ ਦਾ ਵੀ। ਕਪੂਰ ਸਿੰਘ ਦੀ ਹਾਲਤ ਉੱਤੇ ਉਹਨੂੰ ਤਰਸ ਆ ਰਿਹਾ ਸੀ। ਤੈਨੂੰ ਨਹੀਂ ਪਤਾ ਚਾਚਾ, ਦਰਬਾਰੇ ਨੇ ਝੱਟ ਤਾੜ ਦਿੱਤਾ। ਉਹ ਚੁੱਪ ਕਰ ਗਿਆ। ਕਿਹੜਾ ਲੱਕੜ ਤੋਂ ਆਪਣੇ ਹੇਠੀ ਕਰਾਵੇ। ਕਪੂਰ ਸਿੰਘ ਦੁਖੀ ਹੋ ਗਿਆ ਕਿ ਕੀ ਕਰੇ ਤੇ ਕੀ ਨਾ ਕਰੇ। ਇਹ ਬੇਈਮਾਨੀ ਕਿਸੇ ਪਾਸੇ ਦੀ ਨਹੀਂ ਮੰਨਦਾ। ਪੱਲਿਓ 400 ਰੁਪਏ ਲਾ ਕੇ ਉਸਨੂੰ ਮੁਫਤ ਵਿੱਚ ਕੰਧ ਬਣਾ ਕੇ ਦੇ ਦਿਓ ਤਾਂ ਲੋੜ ਹੈ, ਜੇ ਅੱਧ ਮੰਗ ਲਿਓ ਤਾਂ ਲੋੜ ਨਹੀਂ। ਉਹ ਜਾਣਦਾ ਕੰਧ ਤਾਂ ਇਹਨਾਂ ਨੂੰ ਆਪਣੀ ਲੋੜ ਨੂੰ ਬਣਾਉਣਿਓ ਹੀ ਪੈਣੀ ਹੈ। ਉਹ ਕਿਉਂ ਖਾਮ ਖਾਂ ਹਾਮੀ ਭਰੇ। ਸ਼ਤੀਰ ਉਹਦੇ ਕੋਈ ਲਾ ਹੀ ਨਹੀਂ ਸਕਦਾ। ਦਰਬਾਰਾ ਸਿਆਂ ਕਪੂਰ ਸਿੰਘ ਬਿਰ ਕਰਨ ਲੱਗਾ, ਮੇਰੇ ਹਾਲ ਕੰਨੀ ਦੇਖ, ਕਿੰਨਾ ਚਿਰ ਹੋ ਗਿਆ ਮੈਂ ਰੁਲਦੇ ਨੂੰ। ਹੁਣ ਤੂੰ ਐਵੇਂ ਅੜਿੱਕਾ ਨਾ ਡਾ, ਜਿੱਕਣ ਕਰੇਗਾ ਔਕਨੇ ਕਰ ਲਾਂਗੇ। ਨਿੱਕਾ ਜਿਹਾ ਘੰਗੂਰਾ ਫੇਰ ਸੁਣਿਆ। ਦਰਬਾਰੇ ਵਿੱਚ ਓਪਰੀ ਹਵਾ ਆ ਗਈ ਹੋਵੇ। ਬਿਨਾਂ ਅੱਖ ਮਿਲਾਏ ਉਹਨੇ ਕੋਰਾ ਹੋ ਕੇ ਆਖਿਆ, ਮੇਰਾ ਹਾਲ ਕਿਹੜਾ ਚੰਗਾ ਹੈ, ਮੈਂ ਤੇਰੇ ਹਾਲ ਕੰਨੀ ਦੇਖਾਂ। ਪਟਵਾਰੀ, ਸਰਪੰਚ, ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ। ਕਪੂਰ ਸਿੰਘ ਨੇ ਹੋਰ ਮੁੱਚ ਕੇ ਹੋਰ ਸਮਾਈ ਨਾਲ ਆਖਿਆ, ਡੂਢ ਇੱਟ ਨਾ ਸਹੀ, ਇੱਕ ਇੱਟ ਦੀ ਕਰ ਲੈ। ਇੱਕ ਇੱਟ ਵੀ ਨਹੀਂ ਕਰਨੀ, ਕੱਚੀ ਕਰ ਲੈ। ਕੱਚੀ ਨਾ ਪੱਕੀ। ਚੱਲ ਤੂੰ ਇੱਟਾਂ ਦਾ ਵੀ ਅੱਧ ਦੇ ਦੇ, ਮਜ਼ਦੂਰੀ ਨਾ ਸਹੀ। ਉਹਨੇ ਹੋਰ ਕਾਪ ਖਾਧੀ, ਪਰ ਤਲਵਾਰਾਂ ਤਾਂ ਇੱਕੋ ਆਟੇ ਦਾ ਛੀਂ ਸੀ। ਹੋਰ ਵਿਗੜ ਕੇ ਬੋਲਿਆ, ਜਦ ਮੈਂ ਕਹਿ ਦਿੱਤਾ ਮੈਨੂੰ ਨਹੀਂ ਲੋੜ, ਮੈਂ ਨਹੀਂ ਕਰਨੀ, ਮੈਨੂੰ ਨਾ ਕਹੀਂ। ਜੇ ਕੰਧ ਕਪੂਰ ਸਿੰਘ ਵੀ ਕਰੇ ਤਾਂ ਵੀ ਢਾਉਣ ਵੇਲੇ ਤਾਂ ਆਦੀ ਦਾ ਕੋਲ ਹੋਣਾ ਜ਼ਰੂਰੀ ਸੀ। ਆਪਣੇ ਘਰ ਨੂੰ ਸਾਂਭਣਾ, ਸ਼ਤੀਰਾਂ ਹੇਠ ਥੰਮੀਆਂ ਦੇਣੀਆਂ। ਉਹਨੇ ਹੋਰ ਵੀ ਠਰਮੇ ਨਾਲ ਦਰਬਾਰੇ ਨੂੰ ਆਖਿਆ, ਪਰ ਤੇਰੀ ਰਜ਼ਾਮੰਦੀ ਬਿਨਾਂ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ? ਤੂੰ ਕੋਲ ਤਾਂ ਖੜ, ਕੰਧ ਬਣੂਗੀ ਤਾਂ ਢਹਿ ਕੇ ਹੀ। ਮੈਂ ਤਾਂ ਸਰਦਾਰ ਜੀ ਅੱਗ ਨਹੀਂ ਲਾਉਣ ਜਾਂਦਾ ਕੰਧ ਨੂੰ, ਤੂੰ ਕਹਿੰਦਾ ਕੋਲ ਖੜ। ਮੈਨੂੰ ਚੱਟੀ ਪਈ ਹੈ ਨਾ ਬਈ। ਵਿੱਚੋਂ ਹੀ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ, ਆਹ ਤਾਂ ਬੇਜਈ ਹੈ। ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ। ਇਹਨੂੰ ਕਹਿੰਦੇ ਨੇ ਸ਼ਰੀਕ। ਉਹਨੇ ਦਿਲ ਵਿੱਚ ਆਖਿਆ, ਬੰਦਾ ਕਿੱਥੋਂ ਕੁ ਤੱਕ ਸਬਰ ਕਰਦਾ ਰਹੇ। ਤਾਂ ਵੀ ਉਹ ਤੱਤ ਨੂੰ ਮਾਰ ਕੇ ਪਰ ਥੋੜ੍ਹਾ ਤੇਜ਼ ਹੋ ਕੇ ਬੋਲਿਆ, ਜੇ ਮੈਂ ਬਣਾ ਲਾਂ ਤਾਂ ਤੂੰ ਸ਼ਤੀਰ ਤਾਂ ਨਹੀਂ ਧਰੇਂਗਾ ਮੇਰੀ ਕੰਧ ਉੱਤੇ? ਸ਼ਤੀਰ ਧਰਨੋਂ ਮੈਨੂੰ ਕਿਹੜਾ ਹਟਾ ਸਕਦਾ ਹੈ? ਮੈਂ ਮਾਲਕ ਹਾਂ ਕੰਧ ਦਾ। ਦਰਬਾਰੇ ਨੇ ਹਿੱਕ ਥਾਪੜੀ। ਤੇਰੇ ਇਕੱਲੇ ਦੀ ਹੈ ਕੰਧ, ਮੇਰੀ ਨਹੀਂ। ਤੂੰ ਬਹੁਤਾ ਮਾਲਕ ਹੈ। ਜੇ ਭਖੇ ਨਾ ਕਪੂਰ ਸਿੰਘ ਤਾਂ ਕੀ ਕਰੇ? ਦਰਬਾਰੇ ਨੇ ਉਲਟੀ ਹੋਰ
ਧੜੀ ਮਾਰੀ। ਮੈਂ ਤਾਂ ਸਰਦਾਰ ਜੀ ਤੇਰੇ ਉੱਤੇ ਅਰਜ਼ੀ ਦੇਣੀ ਹੈ, ਤੂੰ ਭਾਲਦਾ ਅੱਧ। ਤੇਰਾ ਕੋਠਾ ਢਹਿਣ ਨਾਲ ਕੰਧ ਹੋ ਗਈ ਨੰਗੀ। ਜੇ ਮੇਹਾਂ ਵਿੱਚੋਂ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਇਆ ਜ਼ਿੰਮੇਵਾਰ? ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਗਿਆ। ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ ਹੈ, ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ ਹੈ। ਅਰਜ਼ੀ ਦਿਉ ਇਹ ਨਗੌਰਾ ਮੇਰੇ ਉੱਤੇ। ਹੁਣ ਗਿਣ ਕੇ ਲਈ ਤੂੰ ਹਰਜਾਨਾ ਮੇਰੇ ਕੋਲੋਂ ਹਵੇਲੀ ਦਾ। ਚੱਲ ਮੈਂ ਢਾਣਾ ਕੰਧ, ਆ ਹਟਾ ਤੂੰ ਮੈਨੂੰ। ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਛੋਟਾ ਸੀ, ਸਰੀਰ ਦਾ ਵੀ ਲਿੱਸਾ ਤੇ ਅੱਗੇ ਕਦੇ ਉਹਦੇ ਸਾਹਮਣੇ ਇਉਂ ਉਹ ਬੋਲਿਆ ਵੀ ਨਹੀਂ ਸੀ, ਪਰ ਚੁੱਕ ਬੁਰੀ ਹੁੰਦੀ ਹੈ। ਦਰਬਾਰਾ ਉੱਠ ਕੇ ਖੜਾ ਹੋ ਗਿਆ ਤੇ ਬਾਹਾਂ ਚੜ੍ਹਦਾ ਗੜਕੇ ਨਾਲ ਬੋਲਿਆ, ਤੂੰ ਹੱਥ ਤਾਂ ਲਾ ਜਾ ਕੇ ਕੰਧ ਨੂੰ। ਨੇੜੇ ਹੀ ਸੀ, ਦੋਵੇਂ ਉਲਝ ਪੈਂਦੇ ਕਿ ਟੁੰਡੇ ਲੰਬੜਦਾਰ ਨੇ ਝੱਟ ਉੱਠ ਕੇ ਦਰਬਾਰੇ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਣ ਦੀ ਸੈਨਤ ਕੀਤੀ। ਕਪੂਰ ਸਿੰਘ ਉੱਥੋਂ ਤੁਰ ਗਿਆ। ਮਖਾਂ ਚੱਲ ਤਾਂ ਸਹੀ, ਮੈਂ ਢਾਉਣਾ, ਤੂੰ ਹਟਾਈ ਦੇਖੀ। ਨਾਲੇ ਹੁਣ ਕੰਧ ਬਣਦੀ ਵੀ ਕਿਵੇਂ ਆ, ਨਾਲੇ ਨਾ ਦੇ ਖਾਂ ਭਲਾ ਤੂੰ ਅੱਧ। ਪਟਵਾਰ ਖਾਨੇ ਦਾ ਬੂਹਾ ਲੰਘਦਿਆਂ ਉਹ ਕਹਿ ਕੇ ਰਿਹਾ ਸੀ। ਤਾਂ ਇਸ ਤਰ੍ਹਾਂ ਦੋਨੇ ਜਿਹੜੇ ਭਰਾ ਸੀ ਉਹ ਆਪਸ ਵਿੱਚ ਲੜ ਪਏ ਸੀਗੇ। ਇੱਕ ਕੰਧ ਬਣਾਉਣ ਨੂੰ ਰਾਜੀ ਸੀ ਤੇ ਦੂਸਰਾ ਸਰਪੰਚ ਦੀ ਚੁੱਕ ਦੇ ਵਿੱਚ ਆ ਗਿਆ ਸੀ, ਤਾਂ ਉਹਨਾਂ ਦੇ ਵਿੱਚ ਲੜਾਈ ਪੈ ਗਈ ਸੀ। ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ। ਬਹੁਤ ਮਾੜੀ ਗੱਲ ਹੈ, ਦਰਬਾਰੇ ਖਾਤਰ ਕਿਸ ਲੋੜ ਤਾਂ ਬੰਦੇ ਨੂੰ ਮੰਨਣਾ ਚਾਹੀਦਾ ਹੈ। ਕਪੂਰ ਸਿੰਘ ਤੋਂ ਚਿੱਤੀ ਵਿੱਚ ਪੈ ਗਿਆ, ਘਰ ਬਣਾਵੇ ਕਿ ਨਾ ਬਣਾਵੇ, ਇੱਥੋਂ ਚੰਗਾ ਤਾਂ ਪਿੰਡੋਂ ਬਾਹਰ ਜਾ ਵਸਣਾ ਸੀ। ਕੰਧ ਬਣਦੀ ਦਿਸਦੀ ਨਹੀਂ, ਅੱਧੀ ਵੰਡ ਕੇ ਬਣਾਉਣ ਜਾਂ ਠੋਕਰਾਂ ਕਰਨ ਵਿੱਚ ਉਹ ਗੱਲ ਨਹੀਂ। 4 ਚੁਫੇਰਿਓਂ ਪੱਕਾ ਸੋਹਣਾ ਟੱਲੀ ਵਰਗਾ ਚਕੋਰ ਘਰ ਬਣ ਜਾਂਦਾ। ਅਖੀਰ ਉਸਨੇ ਫੈਸਲਾ ਕੀਤਾ ਕਿ ਉਹ ਕੰਮ ਸ਼ੁਰੂ ਕਰੇ। ਜਦ ਕੰਧ ਉੱਤੇ ਆ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਅੜਿਆ ਤਾਂ ਕਿਸੇ ਦਾ ਕੁਝ ਰਹਿੰਦਾ ਹੀ ਨਹੀਂ। ਪੱਕੀ ਬਣ ਗਈ ਤਾਂ ਚੰਗਾ, ਨਹੀਂ ਠੋਕਰਾਂ ਕਰਕੇ ਉੱਤੇ ਪਾਸਵੱਲੀਆਂ ਪਾ ਦਿਆਂਗੇ। ਇੱਕ ਪਾਸਾ ਜਾਨੇ ਕੱਚਾ ਰਹਿ ਗਿਆ, ਹੋਰ ਹੁਣ ਕੀਤਾ ਵੀ ਕੀ ਜਾਵੇ। ਲੋਕ ਤਾਂ ਕਹਿੰਦੇ ਸਨ ਜਾ ਕੇ ਡਿਪਟੀ ਦੇ ਅਰਜ਼ੀ ਮਾਰੇ, ਪਰ ਮਾਮਲਾ ਹੋਰ ਚੱਕਰ ਵਿੱਚ ਪੈ ਜਾਣਾ ਸੀ। ਜੇਠ ਹਾੜ ਦੇ ਖੁੱਲ੍ਹੇ ਦਿਨ ਲੰਘਦੇ ਜਾਂਦੇ ਸਨ। ਜੇ ਇਸੇ ਤਰ੍ਹਾਂ ਕਰਦਿਆਂ ਸਿਆਲ ਆ ਗਿਆ ਤਾਂ ਕੰਮ ਰਾਜਾਂ ਤੋਂ ਉਂਝ ਨਹੀਂ ਮੁੱਕਿਆ ਕਰਨਾ, ਤੇ ਨਾਲੇ ਹੁਣ ਤਾਂ ਖੁੰਝਿਆਂ ਖਬਰੇ ਕਦ ਉੱਤੇ ਜਾ ਪਵੇ। ਕੰਮ ਸ਼ੁਰੂ ਹੋ ਗਿਆ। ਚਾਚੀ ਰਾਮ ਕੌਰ ਵਾਲੀ ਕੰਧ ਢਾਹ ਕੇ ਮਜ਼ਦੂਰ ਨੀਹਾਂ ਕੱਢਣ ਲੱਗੇ। 3 ਦਿਨਾਂ ਵਿੱਚ ਕੰਧ ਸਿਰੇ ਚਾ ਲੱਗੀ। ਦਲਾਲ, ਵਰਾਂਡਾ, ਰਸੋਈ ਅਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ। ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ। ਬੋਇਆਂ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ। 10 ਦਿਨਾਂ ਵਿੱਚ ਥਾਂ ਦਾ ਹੁਲੀਆ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮ ਕੌਰ ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਹੁਣ ਹੋਰ ਬੁਰੀ ਦਿਸਣ ਲੱਗੀ। ਆਉਂਦਾ ਜਾਂਦਾ ਹਰ ਕੋਈ ਆਖੇ, ਹੁਣ ਇਹ ਵੀ ਦਲਿੱਦਰ ਕੱਢ ਕੇ ਛੱਡਿਓ। ਪਰ ਦਰਬਾਰੇ ਨੇ ਅਜੇ ਵੀ ਇੱਕੋ ਨੰਨਾ ਫੜਿਆ ਹੋਇਆ ਸੀ। ਬੈਠਕ ਦੀਆਂ ਬਾਰੀਆਂ ਤੇ ਬੋਇਆਂ ਉੱਤੇ ਲਿੰਟਲ ਲੱਗ ਗਏ। ਡਿਉੜੀ ਦੀ ਚੁਗਾਠ ਵੀ ਧਰੀ ਗਈ। ਬੈਠਕ ਚਾਚੀ ਰਾਮ ਕੌਰ ਦੀ ਕੰਧ ਨਾਲ ਸੀ ਤੇ ਲੰਘਣ ਲਈ ਡਿਉੜੀ ਦਰਬਾਰੇ ਵੱਲ। ਡਿਉੜੀ ਦੀ ਛੱਤ ਨੀਵੀਂ ਰੱਖ ਕੇ 8 ਫੁੱਟ ਉੱਤੇ ਲਿੰਟਲ ਪਾਉਣਾ ਸੀ ਕਿਉਂਕਿ ਉੱਤੇ ਮਿਆਨੀ ਰੱਖਣੀ ਸੀ। ਡਿਉੜੀ ਦਾ ਲੈਂਟਰ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ। ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ। ਜਦੋਂ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਨੇ ਦਰਵਾਜ਼ੇ ਇਕੱਠ ਕੀਤਾ। ਸਾਰਾ ਪਿੰਡ ਚੌਂਤਰੇ ਉੱਤੇ ਜੁੜ ਗਿਆ। ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ। ਪਹਿਲਾਂ ਤਾਂ ਉਹਨੇ ਬੜੇ ਪੈਰ ਅੜਾਏ, ਮੈਂ ਕੁੜੀ ਦਾ ਵਿਆਹ ਕਰਨਾ, ਮੈਨੂੰ ਲੋੜ ਨਹੀਂ, ਮੇਰੀ ਪੁੱਜਤ ਨਹੀਂ। ਇਹ ਸਭ ਬਹਾਨੇ ਜਿਹੜੇ ਸੀ ਉਸਨੇ ਲਗਾਉਣੇ ਸ਼ੁਰੂ ਕਰ ਦਿੱਤੇ। ਅਖੀਰ ਪੰਚਾਇਤ ਨੇ ਸਮਝਾ ਕੇ ਧਮਕਾ ਕੇ ਮਨਾ ਹੀ ਲਿਆ। ਪਿੰਡ ਦੀ ਸਾਂਝੀ ਰਾਏ ਸਾਹਮਣੇ ਉਸਨੂੰ ਝੁਕਣਾ ਹੀ ਪਿਆ। ਮਜ਼ਦੂਰੀ ਉਹਨੂੰ ਛੱਡੀ ਗਈ। ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਸੀ ਉਹਨੂੰ, ਕਿਉਂਕਿ ਹਾਲੇ ਕੰਧ ਦੀ ਇੰਨੀ ਲੋੜ ਨਹੀਂ ਸੀ। ਇਸ ਲਈ ਰਿਆਇਤ ਵਜੋਂ ਰਕਮ ਤੋਂ ਲੰਮੀਆਂ ਕਿਸ਼ਤਾਂ ਵਿੱਚ ਛੱਡ ਦਿੱਤੀ। ਆਉਂਦੀ ਲੋਹੜੀ ਛੱਡ ਕੇ ਪਹਿਲੀ ਕਿਸ਼ਤ ਨਿਮਾਣੇ ਨੂੰ ਤੇ ਦੂਜੀ ਅਗਲੀ ਲੋਹੜੀ ਨੂੰ ਕਾਗਜ਼ ਬਣ ਗਿਆ। ਭਾਵੇਂ ਮਜ਼ਦੂਰੀ ਸਾਰੀ ਹੀ ਕਪੂਰ ਸਿੰਘ ਦੇ ਸਿਰ ਪੈ ਗਈ ਸੀ, ਜੋ 80-82 ਤੱਕ ਬਣਦੀ ਸੀ, ਤਾਂ ਵੀ ਉਹ ਖੁਸ਼ ਸੀ। ਕੰਮ ਤੁਰਦਾ ਹੋ ਗਿਆ। ਉਸਦੇ ਸਿਰ 40 ਕੋਈ ਵੱਧ ਗਏ, ਕੋਈ ਗੱਲ ਨਹੀਂ। ਇੰਨਾ ਕੁ ਤਾਂ ਉਹ ਆਪ ਵੀ ਦਰਬਾਰੇ ਨੂੰ ਜਾ ਕਹਿੰਦਾ ਸੀ। ਅਗਲੇ ਦਿਨ ਪੰਚਾਇਤ ਦੇ 4 ਆਦਮੀ ਆਏ ਤੇ ਸਾਹਮਣੇ ਕੰਧ ਢਵਾ ਕੇ ਨੀਂਹ ਪਟਵਾਉਣ ਲੱਗੇ। ਇੱਟ ਧਰਨ ਵੇਲੇ ਕੰਧ ਉੱਤੇ ਮੇਲਾ ਲੱਗ ਗਿਆ।
ਦਰਬਾਰਾ ਖੁਸ਼ ਤਾਂ ਅੱਗੇ ਹੀ ਨਹੀਂ ਸੀ, ਪਰ ਹੁਣ ਜਦ ਕੰਧ ਬਣਨ ਹੀ ਲੱਗ ਪਈ ਤਾਂ ਅੜ ਫੁੱਟਣ ਦੀ ਨਮੋਸ਼ੀ ਵਿੱਚ ਉਹਦੀ ਹਿੱਕ ਉੱਤੇ ਸੱਪ ਲਿਟ ਰਿਹਾ ਸੀ। ਇੱਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ, ਦੂਜੇ ਪਾਸਿਓਂ ਨਾਰ ਸਿੰਘ ਅਕਾਲੀ ਨੇ। ਜਦ ਰੱਸੀ ਨਾਰ ਸਿੰਘ ਨੇ ਨੀਂਹ ਦੇ ਸਿਰੇ ਉੱਤੇ ਛੂਹੀ ਤਾਂ ਝੱਟ ਦਰਬਾਰਾ ਬੁਖਲਾਇਆ ਆਵਾਜ਼ ਵਿੱਚ ਬੋਲਿਆ, ਆਪਣੇ ਅਮਾਨ ਨੂੰ ਜਾਣ ਕੇ ਨਿਆਂ ਕਰੀ ਕਾਲਿਆ, ਸਾਨੂੰ ਤਾਂ ਦੋਵੇਂ ਇਕਸਾਰੋਂ ਦਰਬਾਰਾ ਸਿਆਂ। ਨਾਰ ਸਿੰਘ ਨੇ ਉੱਤਰ ਦਿੱਤਾ। ਸਾਰੇ ਲੋਕ ਇੱਕ ਟੱਕ ਰੱਸੀ ਵੱਲ ਵੇਖਣ ਲੱਗੇ। ਪਰਲੇ ਸਿਰੇ ਬੈਠਾ ਧੰਮਾ ਸਿੰਘ ਸਰਪੰਚ ਨੇ ਹੱਥ ਭਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ। ਇੱਕਦਮ ਰੌਲਾ ਪੈ ਗਿਆ, ਆਹ ਤਾਂ ਜਮਾ ਵਿੰਗੀ ਆ, ਇੱਥੇ ਕੰਧ ਜਾਂਦੇ ਨਹੀਂ। ਕਿਸੇ ਨੇ ਉੱਚੀ ਬੋਲ ਕੇ ਧੰਮਾ ਸਿੰਘ ਨੂੰ ਆਖਿਆ ਕਿ ਰੱਸੀ ਇੱਕ ਦੂਜੇ ਪਾਸੇ ਨੂੰ ਧਰੇ। ਇੰਨਾ ਫਰਕ ਤਾਂ ਅੰਨਿਆਂ ਨੂੰ ਵੀ ਦਿਸਦਾ ਸੀ। ਰੱਸੀ ਧੰਮਾ ਸਿੰਘ ਨੂੰ ਦੂਜੇ ਪਾਸੇ ਧਰਨੀ ਪਈ। ਹੁਣ ਠੀਕ ਹੈ, ਸਾਰਿਆਂ ਨੇ ਤਸੱਲੀ ਦਾ ਸਾਹ ਲਿਆ। ਸਾਲ ਸੁੱਟ ਕੇ ਮਿਸਤਰੀ ਨਿਸ਼ਾਨ ਲਾਉਣ ਲੱਗਾ ਕਿ ਦਰਬਾਰੇ ਨੇ ਝੱਟ ਰੌਲਾ ਪਾ ਦਿੱਤਾ, ਮੈਨੂੰ ਨਹੀਂ ਮਨਜ਼ੂਰ, ਇਹ ਕੋਈ ਇਨਸਾਫ ਹੈ? ਕੰਧ 4 ਉਂਗਲ ਮੇਰੇ ਪਾਸੇ ਪਈ ਆ, ਤੇਰੇ ਪਾਸੇ ਤਾਂ ਸਾਰਿਓਂ ਪਈ ਆ। ਜਦ 4 ਆਦਮੀ ਖੜੇ ਨੇ ਕੋਲ, ਕਪੂਰ ਸਿੰਘ ਬੋਲਿਆ। ਦਰਬਾਰੇ ਨੇ ਝੱਟ ਗਾਲ ਕੱਢ ਕੇ ਆਖਿਆ, ਜੰਮਿਆ ਕੌਣ ਹੈ ਓਏ ਮੇਰੇ ਪਾਸੇ ਕੰਧ ਕਰਨ ਵਾਲਾ? ਬੰਦਾ ਭਾਵੇਂ ਲੱਖ ਨਰਮ ਹੋਵੇ, ਗਾਲ ਪਰ ਕਿਸੇ ਤੋਂ ਕਿਉਂ ਖਾਵੇ? ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਬੰਗਾਰਿਆ, ਨਿਉਚ ਗੱਡ ਦਿਉ ਤੈਨੂੰ ਨਿਉਚ। ਤੇ ਐਨੇ ਵਿੱਚ ਘਰੋਂ ਉਹਦਾ ਛੋਟਾ ਭਰਾ ਕੰਧਾਲੀ ਚੁੱਕ ਲਿਆਇਆ। ਦੋਵੇਂ ਪਾਸਿਓਂ ਗਾਲਾਂ ਦੀ ਵਾਛੜ ਹੋਣ ਲੱਗੀ। ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ ਕੇ ਆ ਗਿਆ। ਦਰਬਾਰੇ ਨੇ ਲੈਂਦਿਆਂ ਹੀ ਦੁਹਾਬੜੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ, ਆ ਤੈਨੂੰ ਦਿਖਾ ਦਿਉ ਚਗੜ ਦੇ। ਤੇ ਨਾਲ ਹੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿੱਚੋਂ ਆਈ। ਖਿਚਰਾਂ ਖਿਚਰਾਂ ਝੱਟ ਕੰਧਾਲੀ ਦਰਬਾਰੇ ਦੇ ਮੋਹਰਾਂ ਉੱਤੇ ਪਈ। ਦੂਜੀ ਪੁੜਪੁੜੀ ਵਿੱਚ ਲਹੂ ਦੀ ਟੀਕ ਚੱਲ ਪਈ ਤੇ ਉਹ ਉਲਟ ਕੇ ਨੀਂਹ ਵਿੱਚ ਜਾ ਡਿੱਗਿਆ। 5 ਰੱਸੀ ਛੱਡ ਕੇ ਪਰਾਂ ਹੋ ਗਏ ਸਨ। ਆਖਰ ਕੁਝ ਲੋਕ ਹੌਸਲਾ ਕਰਕੇ ਛੁਡਾਉਣ ਲੱਗੇ। ਤੀਵੀਆਂ ਘਰਾਂ 'ਚੋਂ ਨਿਕਲ ਕੇ ਆਮੋ ਸਾਹਮਣੇ ਬਾਹਾਂ ਉਲਾਰਦੀਆਂ ਮਹਿਣੋ ਮਹਿਣੀ ਹੋਣ ਲੱਗੀਆਂ। ਚੀਕ ਝਾੜਾ ਗਾਲਾ ਦੁਪੜਾ ਕੰਨ ਪਈ ਆਵਾਜ਼ ਨਾ ਸੁਣੇ। 2 ਘੰਟੇ ਉਹ ਝੱਜੂ ਪਿਆ। ਉਹ ਰੂਤ ਛਣਿਆ ਕਿ ਲੋਕੀ ਕੰਨਾਂ ਉੱਤੇ ਹੱਥ ਧਰ ਗਏ। ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਧ ਤਾਂ ਬਣ ਗਈ, ਜਿਹੋ ਜਿਹੀ ਚਾਹੀਦੀ ਸੀ ਉਹੋ ਜਿਹੀ ਬਣ ਗਈ ਸੀ, ਪਰ ਜਿਉਣ ਦਾ ਹੱਜ ਕੋਈ ਨਾ ਰਿਹਾ। ਜਿਹੜੀ ਗੱਲ ਦਾ ਡਰ ਸੀ ਉਹ ਹੋ ਕੇ ਹਟੀ। ਦੋਵਾਂ ਧਿਰਾਂ ਦੀਆਂ ਜ਼ਮਾਨਤਾਂ ਹੋ ਗਈਆਂ। ਦਿਲਾਂ ਵਿੱਚ ਪਾਟਕ ਪੈ ਗਏ। ਬੋਲ ਚਾਲ ਜਾਂਦੀ ਰਹੀ। ਪੁਸ਼ਤਾਂ ਲਈ ਵੈਰ ਖੜਾ ਹੋ ਗਿਆ। 2 4 6 ਮਹੀਨੇ ਔੜਕ ਵਰ੍ਹਾ ਲੰਘ ਗਿਆ। ਨਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜਨਾ ਚਾਹਿਆ। ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ, ਮੁੱਕਰ ਤਾਂ ਉਹ ਸਕਦਾ ਹੀ ਨਹੀਂ ਸੀ। 6 ਮਹੀਨੇ ਹੋਰ ਲੰਘ ਗਏ। ਦੂਜੀ ਲੋਹੜੀ ਦੀ ਕਿਸ਼ਤ ਵੀ ਲੰਘ ਗਈ। ਆਥਣ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ। ਇੱਕ ਸਵੇਰ ਕਾਲਜਾ ਫੜੀ ਚਾਚੀ ਰਾਮ ਕੌਰ ਆਈ। ਤੈਂ ਕੁਝ ਸੁਣਿਆ ਕਪੂਰ ਸਿੰਘ? ਹਾਂ, ਹੈਰਾਨ ਹੋ ਕੇ ਕਪੂਰ ਸਿੰਘ ਨੇ ਕਿਹਾ, ਨਾ ਚਾਚੀ, ਕਿਉਂ, ਕੀ ਗੱਲ ਹੈ? ਲੈ ਵੇ, ਤੈਨੂੰ ਖਬਰ ਨਹੀਂ? ਮੁੰਡਾ ਤਾਂ ਭੁੰਜੇ ਲਿਆ ਪਿਆ ਦਰਬਾਰਾ। ਉਹਨਾਂ ਦਾ ਭਰਾ ਜਿਹੜਾ ਦਰਬਾਰਾ ਸੀ ਕਪੂਰ ਸਿੰਘ ਦਾ, ਉਹ ਕਾਫੀ ਸੀਰੀਅਸ ਸੀ ਤੇ ਚਾਚੀ ਨੇ ਆ ਕੇ ਉਸਨੂੰ ਦੱਸ ਦਿੱਤਾ, ਦਰਬਾਰਾ ਲੈ ਹੋਰ ਕੀ, ਉਹ ਤਾਂ ਨਮੂਨੇ ਨਾਲ ਜੁੜਿਆ ਪਿਆ, ਠੰਡ ਦੀ ਸੀੜ 'ਚ ਆ ਗਿਆ। ਰਾਤ ਬਹੂ ਰੋਂਦੀ ਨਹੀਂ ਸੀ ਝੱਲੀ ਜਾਂਦੀ। ਇੱਕ ਤਾਂ ਇਲਾਜ ਕਰਾਉਣਾ ਹੈ, ਕਿਹੜਾ ਸੌਖੇ ਨੇ ਚੰਦਰੇ ਬਿਨਾਂ ਪੈਸੇ। ਮੈਨੂੰ ਤਾਂ ਚਾਚੀ ਹੁਣ ਤਿੱਤੋਂ ਪਤਾ ਲੱਗਿਆ। ਲੈ ਆਹੋ ਡੱਡ, ਤੈਨੂੰ ਕਿਤੇ ਓਪਰੇ ਆਉਣ ਜਾਣ ਬਾਝੋਂ ਕੰਧ ਓਲੇ ਪਰਦੇਸ ਹੈ ਚਾਚੀ। ਲੈ ਉਹ ਜਾਣੇ ਨੋਹਾਂ ਨਾਲੋਂ ਮਾਸ ਨਹੀਂ ਟੁੱਟਦਾ ਕਦੇ ਸਾਊ। ਕਹਿੰਦਿਆਂ ਚਾਚੀ ਸੈਂਟ ਸੁੱਟ ਕੇ ਚਲੀ ਗਈ। ਕਪੂਰ ਸਿੰਘ ਉੱਠਿਆ ਤੇ ਝਕਦਾ ਝਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਗਿਆ। ਵਿਹੜੇ ਵਿੱਚ ਕੰਧ ਦੀ ਓਟ ਨਾਲ ਧੁੱਪੇ ਦਰਬਾਰੇ ਦਾ ਮੰਜਾ ਸੀ। ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜਾ ਰਹਿ ਗਿਆ। ਸੁੱਕ ਕੇ ਪਿੰਜਰ ਬਣਿਆ ਸਰੀਰ, ਧੂਏ ਵਰਗਾ ਰੰਗ, ਅੰਦਰ ਨੂੰ ਧਸਿਆ ਹੋਇਆ ਅੱਖਾਂ ਤੇ ਦਰਬਾਰੇ ਦੀ ਨਿਆਣੀ ਟੱਬਰੀ। ਅੰਦਰੋਂ ਦਰਬਾਰੇ ਦੀ ਘਰਵਾਲੀ ਨੇ ਮੰਜੇ ਕੋਲ ਸਟੂਲ ਢਾਹ ਦਿੱਤਾ, ਪਰ ਕਪੂਰ ਸਿੰਘ ਦਰਬਾਰੇ ਦੇ ਕੋਲ ਹੀ ਮੰਜੇ ਦੀ ਬਾਹੀ ਉੱਤੇ ਬਹਿ ਗਿਆ। ਕੀ ਹਾਲ ਹੈ ਭਾਈ ਦਰਬਾਰਿਆ? ਰਜਾਈ ਦੇ ਆਸਰੇ ਢੋਹ ਲਾ ਕੇ ਦਰਬਾਰਾ ਕੁਝ ਬੈਠਿਆ ਹੋਇਆ ਬੋਲਿਆ। ਹੁਣ ਤਾਂ ਚੰਗਾ ਬਾਈ। ਬਿਮਾਰੀ ਦਾ ਭੰਨਿਆ ਉਸਦਾ ਨਿਢਾਲ ਮਨ ਕੁਝ ਕਰਾਰ ਫੜ ਆਇਆ।
ਕੋਈ ਨਾ ਤੂੰ ਪਿਆਰ ਹੈ, ਉੱਠਣ ਦੀ ਖੇਚਲ ਨਾ ਕਰ, ਕਮਜ਼ੋਰੀ ਚਾਹੁੰਦੇ ਹੈ। ਬੋਲਣ ਲੱਗਿਆਂ ਦਰਬਾਰੇ ਦਾ ਸਾਰਾ ਤਿੱਕ ਕੰਬਦਾ ਸੀ। ਸਭ ਦੂਰ ਹੋ ਜੋ, ਚੁਗਾਠ ਬਚ ਰਹੇ ਵਨ ਬਥੇਰੇ। ਕਪੂਰ ਸਿੰਘ ਨੇ ਹੌਸਲਾ ਦਿੱਤਾ। ਲੋਕੜ ਗਰਮ ਕਰਕੇ ਉਹਦੀ ਕੁੜੀ ਹਰਬੰਸੋ ਉਹਦੀਆਂ ਵੱਖੀਆਂ ਨੂੰ ਸੇਕਣ ਲਈ ਲਿਆਈ। ਇਲਾਜ ਕਿਹਦਾ ਹੈ? ਕਪੂਰ ਸਿੰਘ ਨੇ ਪੁੱਛਿਆ। ਇਲਾਜ? ਦਰਬਾਰਾ ਅੱਗੋਂ ਚੁੱਪ ਕਰ ਗਿਆ। ਇਲਾਜ ਕਿਸੇ ਦਾ ਵੀ ਨਹੀਂ ਸੀ। ਘਰਾਂ ਦੇ ਇਲਾਜ ਵੀ ਕੋਈ ਇਲਾਜ ਹੁੰਦੇ ਹਨ। ਕਪੂਰ ਸਿੰਘ ਤੋਂ ਲੁਕਿਆ ਕੀ ਸੀ? ਇੱਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸਨ। ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ। ਮੈਂ ਜਾ ਕੇ ਮੰਡੀਓਂ ਡਾਕਟਰ ਨੂੰ ਭੇਜਦਾ। ਦਰਬਾਰੇ ਦੇ ਮਨ ਵਿੱਚ ਹੂਕ ਉੱਠੀ। ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਬਾਈ ਕੰਧ ਵਾਲੇ, ਤੂੰ ਹਾਲੇ ਤਕੜਾ ਹੋ, ਦਿੰਦਾ ਰਹੀ ਪੈਸੇ ਸਾਲੀਆਂ ਨੇ ਨਾਲ ਜਾਣੇ। ਦਰਬਾਰੇ ਦੀਆਂ ਅੱਖਾਂ ਸਿਮ ਆਈਆਂ। ਥੋੜ੍ਹੇ ਚਿਰ ਪਿੱਛੋਂ ਭਰੇ ਹੋਏ ਗੱਲ ਨਾਲ ਧੀਮਾ ਹੋ ਕੇ ਬੋਲਿਆ, ਮਕਾਨ ਦਾ ਕੰਮ ਚੜ੍ਹ ਗਿਆ ਸਿਰੇ, ਥੋੜ੍ਹਾ ਜਿਹਾ ਟਿਪ ਟੱਲਾ ਰਹਿੰਦਾ ਹੈ, ਸੀਮੈਂਟ ਥੁੜ ਗਿਆ। ਮੈਨੂੰ ਤਾਂ ਸਹੁਰਾ ਸਰਪੰਚ ਭਖਾਉਂਦਾ ਰਿਹਾ, ਨਹੀਂ ਤਾਂ ਮੈਂ ਕਿਹੜਾ ਤੇਰਾ ਦੋਖੀ ਸੀ। ਹੁਣ ਤੂੰ ਇਹਨਾਂ ਗੱਲਾਂ ਨੂੰ ਮਨ 'ਤੇ ਨਾ ਲਿਆ। ਜੇ 4 ਭਾਂਡੇ ਹੋਣਗੇ ਤਾਂ ਖੜਕਣਗੇ। ਹਾੜ ਦਾ ਬੰਸੋ ਦਾ ਵਿਆਹ ਦੇ ਦਈਏ। ਦਰਬਾਰੇ ਨੂੰ ਲੂੰ 'ਚੋਂ ਅਪਣੱਤ ਜਾਗ ਰਹੀ ਸੀ। ਕੋਈ ਡਰ ਨਹੀਂ, ਜਿਹੜਾ ਭਾਰ ਸਿਰੋਂ ਲਏ ਜਾਵੇ ਚੰਗਾ। ਤੂੰ ਆਏਂਗਾ ਚਿਕਨ ਨੂੰ ਕਹੀਂ। ਦਰਬਾਰੇ ਨੇ ਕੰਬਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ, ਤੇਰੇ ਬਿਨਾਂ ਬਾਈ ਮੈਂ ਕਾਹਦੇ ਜੋਗਾ। ਉਹਦੇ ਬੁੱਲ੍ਹ ਫੜਕਣ ਲੱਗੇ ਤੇ ਅੱਖਾਂ ਵਿੱਚੋਂ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ। ਇਹ ਬੱਚਿਓ ਤਾਂ ਹੋਇਆ ਉਸਨੂੰ ਕਿਉਂਕਿ ਉਹਦੀ ਜਿਹੜੀ ਇਨਰ ਕੌਨਸ਼ੀਅਸਨੈਸ ਸੀ, ਜਿਹੜੀ ਉਹਦੀ ਅੰਤਰਾਤਮਾ ਸੀ, ਉਹ ਜਿਹੜੀ ਉਸਨੂੰ ਤਿੱਕਾ ਆ ਰਹੀ ਸੀ ਕਿ ਉਸਨੇ ਕਿਸ ਤਰ੍ਹਾਂ ਕਪੂਰ ਸਿੰਘ ਨਾਲ ਬੁਰਾ ਬਿਹੇਵ ਕੀਤਾ ਸੀ। ਲੇਕਿਨ ਜਿਹੜਾ ਕਪੂਰ ਸਿੰਘ ਸੀ ਹਜੇ ਵੀ ਦਰਬਾਰੇ ਨੂੰ ਆਪਣਾ ਭਰਾ ਸਮਝਦਾ ਸੀ ਤੇ ਉਸਦੀ ਮਦਦ ਕਰਨਾ ਚਾਹੁੰਦਾ ਸੀ। ਉਹ ਤੂੰ ਦਿਲ ਰੱਖ ਵੀਰ, ਮੈਂ ਤੀਤੋਂ ਨਾਬਰ ਤਾਂ ਨਹੀਂ। ਕਪੂਰ ਸਿੰਘ ਨੇ ਮਸੀਂ ਇਹ ਬੋਲ ਆਖੇ। ਹੰਝੂਆਂ ਦੀਆਂ ਧਾਰਾਂ ਹੁਣ ਉਹਦੇ ਚਿਹਰੇ ਉੱਤੇ ਵੀ ਵਗ ਪਈਆਂ ਸਨ। ਤਾਂ ਇਹ ਬਹੁਤ ਹੀ ਮਾਰਮਿਕ ਚਿੱਤਰ ਸੀ, ਬਹੁਤ ਹੀ ਮਤਲਬ ਇਮੋਸ਼ਨਲ ਜਿਹੜਾ ਸੀਨ ਆ ਗਿਆ ਸੀ ਇੱਥੇ ਕਿ ਦੋਨੇ ਭਰਾ ਕਿਸ ਤਰ੍ਹਾਂ ਇੱਕ ਦੂਜੇ ਨੂੰ ਜਿਹੜਾ ਹੈ ਹੌਸਲਾ ਦਿੰਦੇ ਹੈ। ਠੀਕ ਹੈ, ਅਤੇ ਆਖਿਰਕਾਰ ਭਰਾ ਦੇ ਕੰਮ ਆਉਂਦਾ ਹੈ। ਅਤੇ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਦੀ ਚੁੱਕ ਦੇ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਲੋਕ ਤਾਂ ਚਾਹੁੰਦੇ ਹੀ ਨੇ ਕਿ ਜਿਹੜੇ 2 ਭਰਾ ਹੈ ਉਹਨਾਂ ਦੇ ਵਿੱਚ ਨਾ ਬਣੇ, ਪਰ ਇਹ ਤਾਂ ਅਸੀਂ ਖੁਦ ਸੋਚਣਾ ਹੁੰਦਾ ਹੈ ਕਿ ਅਸੀਂ ਆਪਸ ਵਿੱਚ ਕਿਵੇਂ ਰਲ ਮਿਲ ਕੇ ਰਹਿਣਾ ਹੈ। ਜੇ ਰਲ ਮਿਲ ਕੇ ਰਹਾਂਗੇ ਤਾਂ ਘਰ ਵਿੱਚ ਸ਼ਾਂਤੀ ਰਹੇਗੀ, ਪਿਆਰ ਬਣਿਆ ਰਹੇਗਾ। ਤਾਂ ਉਮੀਦ ਕਰਦੀ ਹਾਂ ਬੱਚਿਓ ਕਿ ਤੁਸੀਂ ਇਹ ਵੀਡੀਓ ਜਿਹੜਾ ਐਂਡ ਤੱਕ ਦੇਖਿਆ ਹੋਏਗਾ। ਲੇਕਿਨ ਇਸ ਕਹਾਣੀ ਨੂੰ ਦੁਹਰਾਉਣ ਦੇ ਲਈ ਆਪਾਂ ਇਸ ਵਿੱਚ ਆਏ ਕੁਝ ਜਿਹੜੇ ਪ੍ਰਸ਼ਨ ਹੈ ਉਹਨਾਂ ਨੂੰ ਦੁਹਰਾ ਲੈਂਦੇ ਹਾਂ। ਪ੍ਰਸ਼ਨ ਨੇ, ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ? ਤਾਂ ਜੀ ਇਹਦਾ ਆਨਸਰ ਹੋਏਗਾ ਸਾਂਝੀ ਕੰਧ। ਸਾਂਝੀ ਕੰਧ ਕਹਾਣੀ ਦਾ ਲੇਖਕ ਕੌਣ ਹੈ? ਸੰਤੋਖ ਸਿੰਘ ਧੀਰ। ਤਾਂ ਬੱਚਿਓ ਤੁਸੀਂ ਹਰ ਇੱਕ ਕਹਾਣੀ ਦੇ ਲੇਖਕ ਦਾ ਨਾਮ ਜ਼ਰੂਰ ਯਾਦ ਕਰ ਲੈਣਾ ਹੈ। ਕਪੂਰ ਸਿੰਘ ਦਰਬਾਰਾ, ਚਾਚੀ ਰਾਮ ਕੌਰ, ਰਾਮ ਸਿੰਘ ਰਤਨ ਪਟਵਾਰੀ, ਧੰਮਾ ਸਿੰਘ ਸਰਪੰਚ, ਟੁੰਡਾ ਲੰਬੜਦਾਰ, ਨਾਰ ਸਿੰਘ ਅਕਾਲੀ, ਮਜ਼ਦੂਰ ਮਿਸਤਰੀ, ਪਿੰਡ ਦੀ ਲੋਕ ਪੰਚਾਇਤ, ਛੋਟਾ ਭਰਾ ਦਰਬਾਰੇ ਦਾ ਭਤੀਜਾ, ਤੀਵੀਆਂ, ਹਰਬੰਸੋ ਦਰਬਾਰੇ ਦੀ ਪਤਨੀ ਕਿਸ ਕਹਾਣੀ ਦੇ ਪਾਤਰ ਹਨ? ਇਹ ਸਾਰੇ ਪਾਤਰ ਸਾਂਝੀ ਕੰਧ ਕਹਾਣੀ ਦੇ ਨੇ। ਸਾਂਝੀ ਕੰਧ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖੋ। ਕਪੂਰ ਸਿੰਘ। ਸਾਂਝੀ ਕੰਧ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਸਾਂਝੀ ਕੰਧ ਕਹਾਣੀ ਦਾ ਮੁੱਖ ਪਾਤਰ ਕਪੂਰ ਸਿੰਘ ਹੈ। ਕਪੂਰ ਸਿੰਘ ਦੇ ਮਕਾਨ ਦੀ ਖੱਬੀ ਬਾਹੀ ਦੀ ਸਾਂਝੀ ਕੰਧ ਦਾ ਕਿਸ ਨਾਲ ਝਗੜਾ ਸੀ? ਕਪੂਰ ਸਿੰਘ ਦੇ ਮਕਾਨ ਦੀ ਖੱਬੀ ਬਾਹੀ ਦੀ ਸਾਂਝੀ ਕੰਧ ਦਾ ਦਰਬਾਰੇ ਨਾਲ ਝਗੜਾ ਸੀ। ਦਰਬਾਰਾ ਕਪੂਰ ਸਿੰਘ ਦਾ ਕੀ ਲੱਗਦਾ ਸੀ? ਦਰਬਾਰਾ ਕਪੂਰ ਸਿੰਘ ਦੇ ਚਾਚੇ ਦਾ ਪੁੱਤ ਸੀ। ਕਪੂਰ ਸਿੰਘ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ? ਕਪੂਰ ਸਿੰਘ ਦੀ ਆਰਥਿਕ ਹਾਲਤ ਕਮਜ਼ੋਰ ਸੀ। ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਕੀ ਸੀ? ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਕਪੂਰ ਸਿੰਘ ਦੇ ਸਾਰੇ ਘਰ ਦਾ ਢਹਿ ਜਾਣਾ ਸੀ। ਕਪੂਰ ਸਿੰਘ ਨੇ ਕਰਜ਼ਾ ਲੈਣ ਲਈ ਕਿੰਨੇ ਵਿਘੇ ਭੋਂ ਬੈ ਕੀਤੀ? 10 ਵਿਘੇ। ਕਪੂਰ ਸਿੰਘ ਦੇ ਮਕਾਨ ਦੇ ਸੱਜੇ ਪਾਸੇ ਦੀ ਕੰਧ ਕਿਸ ਨਾਲ ਸਾਂਝੀ ਸੀ? ਚਾਚੀ ਰਾਮ ਕੌਰ ਨਾਲ। ਕਪੂਰ ਸਿੰਘ ਦੇ ਮਕਾਨ ਦੇ ਪਿਛਲੇ ਪਾਸੇ ਕਿਸ ਦਾ ਘਰ ਸੀ? ਚੰਨਨ ਸਿੰਘ ਚੀਨੀਏ ਦਾ। ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ ਹੈ। ਕਪੂਰ ਸਿੰਘ ਨੇ ਇਹ ਸ਼ਬਦ ਕਿਸ ਲਈ ਕਹੇ? ਕਪੂਰ ਸਿੰਘ ਨੇ ਸ਼ਬਦ ਸਰਪੰਚ ਧੰਮਾ ਸਿੰਘ ਲਈ ਕਹੇ।
ਕਪੂਰ ਸਿੰਘ ਨਾਲ ਕੌਣ ਕਈ ਵਰਿਆਂ ਤੋਂ ਲੱਗਦਾ ਸੀ ਜਾਂ ਦਰਬਾਰੇ ਨੂੰ ਕਿਸ ਦੀ ਸ਼ੈ ਚੁੱਕ ਸੀ? ਸਰਪੰਚ ਧੰਮਾ ਸਿੰਘ ਦੀ। ਕਪੂਰ ਸਿੰਘ ਦੀ ਹਮਾਇਤ ਕਿਸ ਨੇ ਕੀਤੀ ਸੀ? ਕਪੂਰ ਸਿੰਘ ਦੀ ਹਮਾਇਤ ਟੁੰਡੇ ਲੰਬਰਦਾਰ ਨੇ ਕੀਤੀ ਸੀ। ਕੰਧ ਢਹਾਉਣ ਲਈ ਕੌਣ ਆਇਆ? ਕੰਧ ਢਹਾਉਣ ਲਈ ਪੰਚਾਇਤ ਦੇ ਆਦਮੀ ਆਏ। ਦਰਬਾਰਾ ਪੈਸੇ ਵਾਪਸ ਕਰਨ ਕਿਉਂ ਨਾ ਆਇਆ? ਦਰਬਾਰਾ ਗਰੀਬੀ ਤੇ ਬਿਮਾਰੀ ਕਾਰਨ ਪੈਸੇ ਜਿਹੜਾ ਸੀ ਉਹ ਵਾਪਸ ਨਹੀਂ ਸੀ ਕਰ ਪਾਇਆ। ਦਰਬਾਰੇ ਨੇ ਕਪੂਰ ਸਿੰਘ ਤੇ ਕੀ ਮਾਰਿਆ? ਦਰਬਾਰੇ ਨੇ ਕਪੂਰ ਸਿੰਘ ਦੇ ਲਾਠੀ ਮਾਰੀ। ਕਪੂਰ ਸਿੰਘ ਨੂੰ ਦਰਬਾਰੇ ਦੇ ਬਿਮਾਰ ਹੋਣ ਦੀ ਖਬਰ ਕਿਸ ਨੇ ਦਿੱਤੀ? ਕਪੂਰ ਸਿੰਘ ਨੂੰ ਦਰਬਾਰੇ ਦੇ ਬਿਮਾਰ ਹੋਣ ਦੀ ਖਬਰ ਚਾਚੀ ਰਾਮ ਕੌਰ ਨੇ ਦਿੱਤੀ। ਦਰਬਾਰੇ ਨੂੰ ਕੀ ਬਿਮਾਰੀ ਹੋਈ ਸੀ? ਦਰਬਾਰੇ ਨੂੰ ਨਿਮੋਨੀਆ ਹੋ ਗਿਆ ਸੀ। ਹਰਬੰਸੋ ਕਿਸ ਦੀ ਧੀ ਸੀ? ਹਰਬੰਸੋ ਦਰਬਾਰੇ ਦੀ ਧੀ ਸੀ। ਦਰਬਾਰਾ ਕਪੂਰ ਸਿੰਘ ਨਾਲ ਕਿਸ ਦੇ ਵਿਆਹ ਦੀ ਗੱਲ ਕਰਦਾ ਹੈ? ਦਰਬਾਰਾ ਕਪੂਰ ਸਿੰਘ ਨਾਲ ਧੀ ਹਰਬੰਸੋ ਦੇ ਵਿਆਹ ਦੀ ਗੱਲ ਕਰਦਾ ਹੈ। ਅੰਤ ਵਿੱਚ ਕਪੂਰ ਸਿੰਘ ਤੇ ਦਰਬਾਰੇ ਦੇ ਚਿਹਰੇ ਉੱਤੇ ਕੀ ਵਾਪਰਿਆ? ਉਹਨਾਂ ਦੇ ਚਿਹਰੇ ਉੱਤੇ ਅਥਰੂ ਵਗਣ ਲੱਗੇ। ਤਾਂ ਇਹ ਸੀ ਬਹੁਤ ਹੀ ਸੋਹਣੀ ਕਹਾਣੀ ਸਾਂਝੀ ਕੰਧ, ਜੋ ਕਿ ਸਾਨੂੰ ਇੱਕ ਸੰਦੇਸ਼ ਦਿੰਦੀ ਹੈ ਕਿ ਜਿਹੜੇ ਭਰਾ ਹੈ ਉਹਨਾਂ ਨੂੰ ਆਪਸ ਦੇ ਵਿੱਚ ਮਿਲ ਕੇ ਰਹਿਣਾ ਚਾਹੀਦਾ, ਇੱਕ ਦੂਜੇ ਨਾਲ ਸ਼ਰੀਕਾ ਨਹੀਂ ਕਰਨਾ ਚਾਹੀਦਾ। ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਅੱਛੀ ਲੱਗੀ ਹੋਏਗੀ, ਔਰ ਇਹਦੇ ਵਿਚਲੇ ਆਏ ਜਿਹੜੇ ਪ੍ਰਸ਼ਨ ਉੱਤਰ ਹੈ ਅਸੀਂ ਉਹ ਵੀ ਡਿਸਕਸ ਕਰ ਲਏ ਹੈ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ, ਰੱਬ ਰਾਖਾ।